ਅਸੀਂ ਕਰ ਰਹੇ ਹਾਂ ਜਿਹੜਾ ਸਾਡਾ ਬੀਐਡ ਫਸਟ ਈਅਰ ਦਾ ਟੀਚਿੰਗ ਸਬਜੈਕਟ ਹੈ ਟੀਚਿੰਗ ਆਫ ਪੰਜਾਬੀ, ਜਿਹਦੇ ਵਿੱਚ ਪ੍ਰੀਵੀਅਸ ਲੈਕਚਰ ਵਿੱਚ ਆਪਾਂ ਟੀਚਿੰਗ ਜਿਹੜੀ ਸਕਿੱਲ ਸੀ ਉਹ ਸਟਾਰਟ ਕੀਤੀ ਆ ਤੇ ਆਪਣੀ ਇਹ ਸੈਕਿੰਡ ਯੂਨਿਟ ਚੱਲ ਰਹੀ ਆ। ਪਿਛਲੇ ਲੈਕਚਰ ਵਿੱਚ ਆਪਾਂ ਸਕਿੱਲ ਆਫ ਕੁਐਸਚਨਿੰਗ, ਕੁਐਸਚਨ ਪੁੱਛਣ ਦਾ ਜਿਹੜਾ ਕੌਸ਼ਲ ਆ ਉਹ ਕੰਪਲੀਟ ਕੀਤਾ ਤੇ ਹੁਣ ਵਾਲੇ ਲੈਕਚਰ ਵਿੱਚ ਆਪਾਂ ਕਰਾਂਗੇ ਸਕਿੱਲ ਆਫ ਐਕਸਪਲੇਨਿੰਗ, ਮਤਲਬ ਵਿਆਖਿਆ ਕਰਨ ਦਾ ਕੌਸ਼ਲ। ਤਾਂ ਵਿਆਖਿਆ ਕਰਨ ਕੌਸ਼ਲ ਦਾ ਆਪਾਂ ਮੀਨਿੰਗ ਕਰਾਂਗੇ ਕਿ ਜਿਹੜਾ ਵਿਆਖਿਆ ਕਰਨ ਦਾ ਕੌਸ਼ਲ ਆ ਉਹ ਕੀ ਹੁੰਦਾ ਹੈ। ਦੇਖੋ ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ ਜਦੋਂ ਅਸੀਂ ਕੋਈ ਵੀ ਵਿਸ਼ਾ ਵਸਤੂ ਪੜ੍ਹਾਉਂਦੇ ਹਾਂ ਆਪਾਂ ਉਹਦੀ ਇੰਟਰੋਡਕਸ਼ਨ ਦਿੰਦੇ ਹਾਂ, ਫਿਰ ਉਹਦੀ ਆਪਾਂ ਵਿਆਖਿਆ ਕਰਦੇ ਹਾਂ। ਜਦੋਂ ਤੱਕ ਆਪਾਂ ਵਿਆਖਿਆ ਨਹੀਂ ਕਰਦੇ ਹੈਗੇ ਤੇ ਆਪਾਂ ਨੂੰ ਜਿਹੜਾ ਉਹ ਟੌਪਿਕ ਉਹ ਸਮਝ ਤੋਂ ਪਰੇ ਹੋ ਜਾਂਦਾ ਵਾ, ਉਹਦੀ ਜਿਹੜੀ ਚੰਗੀ ਤਰ੍ਹਾਂ ਜਿਹੜੀ ਸਮਝ ਹੈ ਉਹ ਆਪਾਂ ਨੂੰ ਵਿਆਖਿਆ ਕਰਨ ਤੋਂ ਬਿਨਾਂ ਨਹੀਂ ਆਉਂਦੀ। ਇਸ ਕਰਕੇ ਜਦੋਂ ਅਸੀਂ ਆਪਾਂ ਆਪਣੇ ਵਿਦਿਆਰਥੀਆਂ ਨੂੰ ਕੋਈ ਵੀ ਚੀਜ਼ ਸਮਝਾ ਰਹੇ ਹੁੰਦੇ ਹਾਂ, ਕੋਈ ਵੀ ਟੌਪਿਕ ਜਿਹੜਾ ਸਮਝਾ ਰਹੇ ਹੁੰਦੇ ਆ, ਤਾਂ ਉਹਦੇ ਛੋਟੇ ਛੋਟੇ ਪੁਆਇੰਟ ਨੇ, ਜਿਹੜੀਆਂ ਛੋਟੀਆਂ ਛੋਟੀਆਂ ਉਹਦੇ ਵਿੱਚ ਗੱਲਾਂ ਹੁੰਦੀਆਂ ਨੇ, ਉਹ ਸਾਰਿਆਂ ਦੀਆਂ ਸਾਰਿਆਂ ਕੀ ਆਪਾਂ ਉਹਨੂੰ ਵਿਆਖਿਆ ਕਰਦੇ ਹਾਂ। ਵਿਆਖਿਆ ਕਰਨ ਦਾ ਮਤਲਬ ਹੁੰਦਾ ਗਾ ਜਿਹੜੀ ਲਾਈਨ ਦੀ ਆਪਾਂ ਨੂੰ ਨਹੀਂ ਸਮਝ ਆ ਰਹੀ ਉਹਦੀ ਆਪਾਂ ਲਾਈਨ ਦਾ ਮੀਨਿੰਗ ਦੱਸੀਏ। ਜਿਹੜੇ ਮੀਨਿੰਗ ਕੁਝ ਔਖੇ ਸ਼ਬਦ ਹੁੰਦੇ ਨੇ, ਜਿਹੜੇ ਔਖਾ ਸ਼ਬਦਾਂ ਦੇ ਜਿਹੜੇ ਅਰਥ ਹੈ ਉਹ ਸਾਨੂੰ ਦੱਸਣੇ ਪੈਂਦੇ ਨੇ। ਇਸ ਕਰਕੇ ਕਿਹਾ ਜਾਂਦਾ ਹੈ ਕਿ ਅਧਿਆਪਨ ਜਿਹੜੀ ਪ੍ਰਕਿਰਿਆ ਹੈ ਉਸ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਵਾਸਤੇ ਜਿਹੜਾ ਵਿਆਖਿਆ ਕੌਸ਼ਲ ਹੈ, ਜਿਹੜੀ ਸਕਿੱਲ ਐਕਸਪਲੇਨਿੰਗ ਦੀ, ਉਹ ਸਾਡੇ ਲਈ ਬਹੁਤ ਜ਼ਿਆਦਾ ਜਿਹੜੀ ਜ਼ਰੂਰੀ ਹੈ। ਤੇ ਵਿਸ਼ੇ ਵਸਤੂ ਤੇ ਪਾਠ ਦਾ ਜਿਹੜਾ ਵਿਕਾਸ ਕਰਨਾ ਸਾਨੂੰ ਉਹ ਵਿਆਖਿਆ ਕੌਸ਼ਲ ਦੇ ਰਾਹੀਂ ਹੀ ਅਸੀਂ ਕਰ ਸਕਦੇ ਹਾਂ। ਜਿਹੜਾ ਆਪਣਾ ਇੱਕ ਟ੍ਰੈਡੀਸ਼ਨਲ ਟੀਚਿੰਗ ਹੈ, ਜਿਵੇਂ ਪਰੰਪਰਾਗਤ ਜਿਹੜਾ ਆਪਣਾ ਅਧਿਆਪਨ ਹੈ, ਉਹਦੇ ਅੰਤਰਗਤ ਵਿਸ਼ੇ ਵਸਤੂ ਦੇ ਸਪਸ਼ਟੀਕਰਨ ਲਈ ਇਸ ਨੂੰ ਮੌਖਿਕ ਸਾਧਨ ਵੀ ਕਿਹਾ ਜਾਂਦਾ ਹੈ, ਕਿਉਂਕਿ ਅਸੀਂ ਜਿਹੜੀ ਵਿਆਖਿਆ ਉਹ ਬੱਚਿਆਂ ਨੂੰ ਬੋਲ ਕੇ ਦੱਸਦੇ ਹਾਂ। ਬੋਲ ਕੇ ਅਸੀਂ ਆਪਾਂ ਵਿਸ਼ੇ ਵਸਤੂ ਦੀ ਜਿਹੜੀ ਇੰਟਰੋਡਕਸ਼ਨ ਹੈ, ਜਿਹੜੇ ਉਹਦੇ ਮੀਨਿੰਗ ਨੇ, ਜਿਹੜਾ ਉਹਦਾ ਕੇਂਦਰੀ ਭਾਵ ਆ, ਉਹ ਸਾਰਾ ਕੁਝ ਸਮਝਾਇਆ ਜਾਂਦਾ ਹੈ। ਸੂਖਮ ਅਧਿਆਪਨ ਦੇ ਵਿੱਚ ਇਸੇ ਨੂੰ ਹੀ ਕਿ ਵਿਆਖਿਆ ਕੌਸ਼ਲ ਦਾ ਜਿਹੜਾ ਨਾਮ ਦਿੱਤਾ ਜਾਂਦਾ ਹੈ, ਇਸੇ ਨੂੰ ਸਕਿੱਲ ਆਫ ਐਕਸਪਲੇਨਿੰਗ ਕਿਹਾ ਜਾਂਦਾ ਹੈ। ਇਸ ਕੌਸ਼ਲ ਵਿੱਚ ਅਗਰ ਅਸੀਂ ਸਫਲ ਹੋਣਾ ਚਾਹੁੰਦੇ ਹਾਂ, ਅਗਰ ਇਸ ਕੌਸ਼ਲ ਉੱਤੇ ਅਸੀਂ ਪਕੜ ਬਣਾਉਣਾ ਚਾਹੁੰਦੇ ਹਾਂ, ਤਾਂ ਇਸ ਲਈ ਸਾਨੂੰ ਕੀ ਹੈ, ਅਭਿਆਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਇਸ ਲਈ ਸਾਨੂੰ ਸਿਖਲਾਈ ਲੈਣ ਦੀ ਜ਼ਰੂਰਤ ਹੈ, ਕਿਉਂਕਿ ਅਸੀਂ ਕਿਸੇ ਵੀ ਟੌਪਿਕ ਨੂੰ ਸਟੂਡੈਂਟ ਅੱਗੇ ਕਿਵੇਂ ਪੇਸ਼ ਕਰਨਾ, ਉਸਦੇ ਮੀਨਿੰਗ ਅਸੀਂ ਚੰਗੀ ਤਰ੍ਹਾਂ ਕਿਵੇਂ ਸਮਝਾ ਸਕਦੇ ਹਾਂ, ਟੌਪਿਕ ਦਾ ਜਿਹੜਾ ਅਰਥ ਹੈ, ਕਿਉਂਕਿ ਸਿਰਫ ਇੱਕ ਟੌਪਿਕ ਪੜ੍ਹਨ ਨਾਲ, ਵਿਸ਼ਾ ਵਸਤੂ ਅਗਰ ਸਿਰਫ ਆਪਾਂ ਪੜ੍ਹ ਲੈਂਦੇ ਹਾਂ ਤਾਂ ਜ਼ਰੂਰੀ ਨਹੀਂ ਕਿ ਉਹਦੇ ਅਰਥ ਸਮਝ ਆਉਣ। ਅਰਥ ਸਮਝਣ ਲਈ ਸਾਨੂੰ ਜਿਹੜਾ ਵਿਸ਼ਾ ਵਸਤੂ ਉਹਨੂੰ ਸਮਝਣ ਦੀ ਲੋੜ ਪੈਂਦੀ ਆ ਤੇ ਬੱਚਿਆਂ ਨੂੰ ਸਮਝਾਉਣ ਲਈ ਉਸਦੀ ਵਿਆਖਿਆ ਕਰਨ ਦੀ ਜ਼ਰੂਰਤ ਹੈ। ਅਗਰ ਆਪਾਂ ਛੋਟੀ ਜਿਹੀ ਗੱਲ ਕਰਦੇ ਹਾਂ ਕਿ ਜਿਵੇਂ ਹੁਣ ਕਵਿਤਾਵਾਂ ਦੀਆਂ ਲਾਈਨਾਂ ਹੁੰਦੀਆਂ ਨੇ, ਅਗਰ ਆਪਾਂ ਸਿੰਪਲ ਉਹਨੂੰ ਪੜ੍ਹਦੇ ਹਾਂ ਤਾਂ ਜਿਹੜੇ ਉਹਦੇ ਅਸਲੀ ਅਰਥ ਹੁੰਦੇ ਨੇ ਤਾਂ ਉਹ ਉਨਾ ਚਿਰ ਨਹੀਂ ਸਮਝ ਆ ਸਕਦੇ ਜਿੰਨਾ ਚਿਰ ਉਹਦੀ ਵਿਆਖਿਆ ਨਾ ਕੀਤੀ ਜਾਵੇ। ਤਾਂ ਸਟੂਡੈਂਟਸ ਨੂੰ ਆਪਣੇ ਨੂੰ ਅਸੀਂ ਕਿਸੇ ਵੀ ਲਾਈਨ ਦੇ, ਕਿਸੇ ਵੀ ਅੱਖਰ ਦਾ ਜਿਹੜਾ ਅਰਥ ਸਮਝਾਉਣ ਵਾਸਤੇ ਉਹਨੂੰ ਪ੍ਰੋਪਰ ਉਹਦੀ ਵਿਆਖਿਆ ਕਰਨੀ, ਉਹਨੂੰ ਪ੍ਰੋਪਰ ਸਮਝਾਉਣਾ ਪੈਂਦਾ ਉਸਨੂੰ। ਤਾਂ ਜਿਹੜਾ ਵਿਆਖਿਆ ਕੌਸ਼ਲ ਹੈ, ਜਿਹੜਾ ਟੀਚਿੰਗ ਆਫ ਜਿਹੜਾ ਸਕਿੱਲ ਹੈਗਾ, ਸਕਿੱਲ ਆਫ ਐਕਸਪਲੇਨਿੰਗ ਹੈ, ਤਾਂ ਸਾਨੂੰ ਇਹਦੇ ਵਿੱਚ ਸਿਖਲਾਈ ਦੀ ਜ਼ਰੂਰਤ ਪੈਂਦੀ ਹੈ। ਸਿਖਲਾਈ ਤੋਂ ਜ਼ਿਆਦਾ ਸਾਨੂੰ ਕੀ ਆ, ਪ੍ਰੈਕਟਿਸ ਦੀ ਜਿਹੜੀ ਜ਼ਰੂਰਤ ਉਹ ਪੈਂਦੀ ਹੈ। ਤਾਂ ਵਿਆਖਿਆ ਕਰਨ ਦਾ ਜੇ ਆਪਾਂ ਸਿੱਧੇ ਤੌਰ ਤੇ ਮਤਲਬ ਲਾਈਏ ਕਿ ਮੀਨਿੰਗ ਕੀ ਹੈ ਵਿਆਖਿਆ ਦਾ, ਸਿੱਧੇ ਤੌਰ ਤੇ ਵਿਆਖਿਆ ਦਾ ਕੀ ਮਤਲਬ ਹੋ ਸਕਦਾ ਹੈ ਕਿ ਪਾਠ ਦੀਆਂ ਜਿਹੜੀਆਂ ਔਖੀਆਂ ਗੱਲਾਂ ਨੇ, ਜਿਹੜੇ ਔਖੇ ਸ਼ਬਦ ਨੇ, ਜਿਹੜੇ ਉਹਦੇ ਭਾਵ ਨੇ, ਉਹਨਾਂ ਨੂੰ ਵੱਖ-ਵੱਖ ਕਰਕੇ ਸਰਲ ਰੂਪ ਵਿੱਚ ਵਿਦਿਆਰਥੀਆਂ ਦੇ ਸਾਹਮਣੇ ਪੇਸ਼ ਕਰਨਾ, ਸਰਲ ਰੂਪ ਵਿੱਚ ਵਿਦਿਆਰਥੀਆਂ ਨੂੰ ਸਮਝਾਉਣਾ ਵਿਆਖਿਆ ਕੌਸ਼ਲ ਕਿਹਾ ਜਾਂਦਾ ਹੈ। ਔਖੇ ਸ਼ਬਦਾਂ ਨੂੰ ਤੇ ਜਿਹੜੀਆਂ ਔਖੇ ਵਾਕ ਨੇ ਤੇ ਜਿਹੜੇ ਔਖੇ ਪ੍ਰਸੰਗ ਨੇ, ਉਹਨਾਂ ਨੂੰ ਕੀ ਸਮਝਾਉਣਾ, ਪੂਰੇ ਮੀਨਿੰਗ ਦੇ ਨਾਲ, ਪੂਰੇ ਮਤਲਬ ਦੇ ਨਾਲ ਸਮਝਾਉਣਾ ਹੀ ਵਿਆਖਿਆ ਹੁੰਦਾ ਹੈ। ਵਿਆਖਿਆ ਨਾਲ ਅਧਿਆਪਕ ਜਿਹੜੇ ਔਖੇ ਸ਼ਬਦਾਂ ਦੇ ਅਰਥ ਸਪਸ਼ਟ ਕਰਦਾ ਹੈ, ਜਿਹੜੀਆਂ ਔਖੀਆਂ ਲਾਈਨਾਂ ਨੇ ਉਹਦੇ ਅਰਥ ਸਪਸ਼ਟ ਕਰਦਾ ਹੈ। ਕੋਈ ਪ੍ਰਸੰਗ ਨੇ ਜਿਵੇਂ ਮੁਹਾਵਰੇ ਜਾਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਤਾਂ ਉਹਦੇ ਜਿਹੜੇ ਅਰਥ ਨੇ ਉਹ ਸਪਸ਼ਟ ਕਰਦਾ ਹੈ। ਤੇ ਜੇਕਰ ਆਪਾਂ ਇਸ ਨੂੰ ਇਸ ਤਰੀਕੇ ਨਾਲ ਵੀ ਮੰਨ ਸਕਦੇ ਹਾਂ ਕਿ ਜਿਹੜਾ ਵਿਆਖਿਆ ਕੌਸ਼ਲ ਹੈ ਉਹ ਕਹਿਣ ਵਾਲੇ ਦੇ ਤੇ ਸੁਣਨ ਵਾਲੇ ਦੇ ਵਿਚਕਾਰ ਇੱਕ ਪੁੱਲ ਦਾ ਕੰਮ ਕਰਦਾ ਹੈ ਕਿ ਅਸੀਂ ਜੋ ਵਿਦਿਆਰਥੀਆਂ ਨੂੰ ਕਹਿ ਰਹੇ ਹਾਂ, ਜੋ ਵਿਦਿਆਰਥੀ ਸੁਣ ਰਹੇ ਨੇ, ਉਸਨੂੰ ਕਿਵੇਂ ਸਮਝਾਇਆ ਜਾਵੇ ਤੇ ਕਿਵੇਂ ਉਹਨਾਂ ਦੀ ਸਮਝ ਵਿੱਚ ਆ ਜਾਵੇ। ਤੇ ਜਿਹੜਾ ਵਿਆਖਿਆ ਕੌਸ਼ਲ ਹੈ ਇੱਕ ਪੁੱਲ ਦਾ ਕੰਮ ਕਰਦਾ ਹੈ ਸੁਣਨ ਵਾਲੇ ਨੂੰ ਤੇ ਸੁਣਾਉਣ ਵਾਲੇ ਨੂੰ ਜੋੜੇ ਰੱਖਣ ਲਈ। ਵਿਆਖਿਆ ਵਿੱਚ ਅਧਿਆਪਕਾਂ ਨੂੰ ਬੱਚਿਆਂ ਦੇ ਪੱਧਰ ਦਾ ਜਿਹੜਾ ਪੂਰਾ ਧਿਆਨ ਰੱਖਣਾ ਪੈਂਦਾ ਗਾ, ਉਹਨਾਂ ਦੇ ਮਾਨਸਿਕ ਪੱਧਰ ਦਾ, ਉਹਨਾਂ ਦੀ ਜਿਹੜੀ ਕਲਾਸ ਹੈ ਉਸ ਦਾ ਪੂਰਾ ਧਿਆਨ ਰੱਖ ਕੇ ਕੀ ਹੈ
ਬੱਚਿਆਂ ਟੀਚਰ ਨੂੰ ਜਿਹੜੀ ਵਿਆਖਿਆ ਉਹ ਉਸੇ ਹਿਸਾਬ ਨਾਲ ਕਰਨੀ ਪੈਂਦੀ ਹੈ, ਕਿਉਂਕਿ ਛੋਟੀ ਕਲਾਸ ਵਾਲੇ ਬੱਚੇ ਹੁੰਦੇ ਨੇ ਜਿਹੜੇ, ਤਾਂ ਉਹਨਾਂ ਨੂੰ ਵਿਆਖਿਆ ਦੀ ਬਹੁਤ ਜ਼ਿਆਦਾ ਜਿਹੜੀ ਜ਼ਰੂਰਤ ਹੁੰਦੀ ਹੈ। ਉਹਨਾਂ ਨੂੰ ਹਰ ਜਿਹੜਾ ਸ਼ਬਦ ਹੈ ਉਹਨਾਂ ਦਾ ਜਿਹੜਾ ਮਤਲਬ ਉਹ ਪ੍ਰੋਪਰ ਸਮਝਾਉਣਾ ਪੈਂਦਾ, ਤੇ ਜਿਹੜੇ ਥੋੜੇ ਹਾਇਰ ਕਲਾਸ ਦੇ ਬੱਚੇ ਹੁੰਦੇ ਨੇ ਉਹਨਾਂ ਨੂੰ ਬਹੁਤੀ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਵਿਆਖਿਆ ਦੀ। ਇਸ ਕਰਕੇ ਅਧਿਆਪਕ ਨੂੰ ਹਮੇਸ਼ਾ ਕੀ ਆਪਣੇ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਮਾਨਸਿਕ ਪੱਧਰ ਦਾ ਵੀ ਜਿਹੜਾ ਧਿਆਨ ਹੈ ਉਹ ਰੱਖਣਾ ਪੈਂਦਾ ਹੈ ਵਿਆਖਿਆ ਕਰਨ ਸਮੇਂ। ਉਹੀ ਅਧਿਆਪਕ ਵਿਆਖਿਆ ਪ੍ਰਭਾਵਸ਼ਾਲੀ ਢੰਗ ਨਾਲ ਕਰ ਸਕਦਾ ਹੈ ਜਿਸ ਦਾ ਭਾਸ਼ਾ ਉੱਪਰ ਪੂਰਾ ਅਧਿਕਾਰ ਹੋਵੇ, ਤੇ ਉਹੀ ਕੀ ਕਰਦਾ ਆਪਣੇ ਵਿਸ਼ੇ ਦੀ ਜਿਹੜਾ ਗਿਆਨ ਹੈ ਉਹ ਬੱਚਿਆਂ ਨੂੰ ਜਿਹੜੀ ਵਿਆਖਿਆ ਉਹ ਵਧੀਆ ਕਰ ਸਕਦਾ ਹੈ। ਉਹਨੂੰ ਭਾਸ਼ਾ ਉੱਪਰ ਪੂਰਾ ਗਿਆਨ ਤੇ ਆਪਣੇ ਵਿਸ਼ੇ ਦਾ ਵੀ ਜਿਹੜਾ ਗਿਆਨ ਆ ਉਹ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਹੀ ਰੂਪ ਵਿੱਚ ਜਿਹੜਾ ਵਿਆਖਿਆ ਕਰਨ ਲਈ। ਅੱਗੇ ਆਪਾਂ ਗੱਲ ਕਰਦੇ ਹਾਂ ਕੰਪੋਨੈਂਟਸ ਦੀ, ਕਿ ਜਿਹੜੇ ਐਕਸਪਲੇਨਿੰਗ ਸਕਿੱਲ ਆ ਉਹਦੇ ਕਿਹੜੇ ਕਿਹੜੇ ਜਿਹੜੇ ਕੰਪੋਨੈਂਟ ਹੈ ਉਹ ਹੋ ਸਕਦੇ ਨੇ। ਕੰਪੋਨੈਂਟ ਮਤਲਬ ਤੱਤ। ਜਿਹੜਾ ਕੌਸ਼ਲ ਹੁੰਦਾ ਇਹਦੇ ਵਿੱਚ ਐਕਸਪਲੇਨਿੰਗ ਦੇ ਦੋ ਤਰ੍ਹਾਂ ਦੇ ਤੱਤ ਹੁੰਦੇ ਨੇ। ਆਪਾਂ ਗੱਲ ਕਰਾਂਗੇ ਜਿਹੜੇ ਲੋੜੀਂਦੇ ਵਿਵਹਾਰਾਂ ਨਾਲ ਜਿਹੜੇ ਤੱਤ ਆਉਂਦੇ ਨੇ, ਆਪਾਂ ਕਰਾਂਗੇ ਡਿਜ਼ਾਇਰੇਬਲ ਬਿਹੇਵੀਅਰ ਨਾਲ, ਕਿਹੜੇ ਜਿਹੜੇ ਰਿਲੇਟਡ ਟੂ ਜਿਹੜੇ ਵਿਵਹਾਰਿਕ ਇਹਦੇ ਦੇ ਉਹਦੇ ਨਾਲ ਹੁੰਦੇ ਨੇ, ਉਹਦੀ ਆਪਾਂ ਗੱਲ ਕਰ ਦਾਂਗੇ। ਡਿਜ਼ਾਇਰੇਬਲ ਨਾਲ ਆਪਾਂ ਗੱਲ ਕਰਦੇ ਹਾਂ ਤਾਂ ਕੰਪੋਨੈਂਟ ਦੀ ਗੱਲ ਹੈ ਇੱਥੇ। ਕੰਪੋਨੈਂਟ ਦੀ ਗੱਲ ਕਰਦੇ ਆ। ਡਿਜ਼ਾਇਰੇਬਲ ਬਿਹੇਵੀਅਰ ਦੇ ਰਿਲੇਟ ਨੇ ਜਿਹੜੇ ਰਿਲੇਟਡ ਟੂ ਬਿਹੇਵੀਅਰ ਨਾਲ ਸੌਰੀ ਆਪਾਂ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜਾ ਕਿਹੜਾ ਤੱਤ ਹੈ ਇਹਦੇ ਵਿੱਚ ਇਹਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਉਪਯੁਕਤ ਆਰੰਭਿਕ ਕਥਨਾਂ ਦਾ ਪ੍ਰਯੋਗ। ਉਪਯੁਕਤ ਆਰੰਭਿਕ ਕਥਨਾਂ ਦਾ ਪ੍ਰਯੋਗ। ਆਰੰਭਿਕ ਕਥਨਾਂ ਦਾ ਪ੍ਰਯੋਗ ਮਤਲਬ ਕਿ ਜਿਹੜੇ ਆਰੰਭਿਕ ਕਥਨ ਨੇ, ਆਰੰਭਿਕ ਕਥਨਾਂ ਦਾ ਜਿਹੜਾ ਉਪਯੁਕਤ ਆਰੰਭਿਕ ਕਥਨਾਂ ਦਾ ਜਿਹੜਾ ਪ੍ਰਯੋਗ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਆਪਣਾ ਜਿਹੜਾ ਵਿਸ਼ਾ ਵਸਤੂ ਹੈ, ਜਦੋਂ ਆਪਾਂ ਉਹਦੀ ਇੰਟਰੋਡਕਸ਼ਨ ਦੇਣ ਲੱਗੇ ਆ, ਜਦੋਂ ਆਪਾਂ ਉਹਦੇ ਬਾਰੇ ਬੱਚਿਆਂ ਨੂੰ ਦੱਸਣ ਲੱਗੇ ਆ, ਤਾਂ ਜਿਹੜਾ ਉਹਦੀ ਸਟਾਰਟਿੰਗ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਹੜੇ ਸਟਾਰਟਿੰਗ ਕਥਨ ਨੇ, ਸਟਾਰਟਿੰਗ ਕਥਨਾਂ ਦਾ ਪ੍ਰਯੋਗ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਵਿਆਖਿਆ ਸੰਬੰਧਾਂ ਦੀ ਵਰਤੋਂ। ਵਿਆਖਿਆ ਸੰਬੰਧਾਂ ਦੀ ਵਰਤੋਂ ਆਪਾਂ ਇਹਦੀ ਵਿਆਖਿਆ ਕਰਨੀ ਹੈ, ਤਾਂ ਵਿਆਖਿਆ ਸੰਬੰਧਾਂ ਦੀ ਜਿਹੜੀ ਵਰਤੋਂ ਉਹ ਵੀ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਤੀਸਰੇ ਨੰਬਰ ਤੇ ਜਿਹੜਾ ਆਉਂਦਾ ਉਹ ਆਉਂਦਾ ਗਾ ਸਾਰ ਸੰਬੰਧੀ ਕਥਨ, ਜਿਹੜੇ ਉਹਦਾ ਸਾਰ ਦੱਸਦੇ ਨੇ। ਜਦੋਂ ਆਪਾਂ ਵਿਆਖਿਆ ਕਰਦੇ ਹਾਂ ਤਾਂ ਜਿਹੜੇ ਉਹਦਾ ਸਾਰ ਦੱਸਦੇ ਨੇ, ਸਾਰ ਸੰਬੰਧੀ ਸਵਾਰ ਸੰਬੰਧੀ ਕਥਨ, ਸਾਰ ਸੰਬੰਧੀ ਕਥਨ, ਕਥਨਾਂ ਦਾ ਪ੍ਰਯੋਗ। ਇਹ ਆਪਣਾ ਤੀਸਰੇ ਨੰਬਰ ਦਾ ਜਿਹੜਾ ਕੰਪੋਨੈਂਟ ਆਉਂਦਾ ਗਾ ਸਾਰ ਸੰਬੰਧੀ ਜਿਹੜੇ ਕਥਨਾਂ ਦਾ ਪ੍ਰਯੋਗ। ਚੌਥੇ ਨੰਬਰ ਤੇ ਆਉਂਦਾ ਗਾ ਜ਼ਰੂਰੀ ਬਿੰਦੂ, ਜ਼ਰੂਰੀ ਬਿੰਦੂਆਂ ਦਾ ਪ੍ਰਯੋਗ ਜਾਂ ਜ਼ਰੂਰੀ ਬਿੰਦੂਆਂ ਨੂੰ ਸਮੇਟਣਾ। ਬਿੰਦੂਆਂ ਨੂੰ ਸਮੇਟਣਾ, ਕਿ ਕੋਈ ਵੀ ਜਿਹੜਾ ਜ਼ਰੂਰੀ ਬਿੰਦੂ ਆ ਉਹ ਉਹਦੇ ਵਿੱਚ ਰਹਿ ਨਾ ਜਾਵੇ। ਹਰ ਇੱਕ ਜਿਹੜਾ ਜ਼ਰੂਰੀ ਬਿੰਦੂ ਉਹ ਸਾਨੂੰ ਮਾਈਕਰੋ ਟੀਚਿੰਗ 'ਚ ਜਿਹੜਾ ਲੈਸਨ ਪਲਾਨ ਕਰ ਰਹੇ ਹਾਂ ਅਸੀਂ ਉਹਦੇ ਵਿੱਚ ਵਰਤਿਆ ਜਾਵੇ। ਅੱਗੇ ਹੈ ਉਪਯੁਕਤ ਕਥਨਾਂ ਦੀ ਵਰਤੋਂ। ਉਪਯੁਕਤ ਕਥਨਾਂ ਦੀ ਵਰਤੋਂ, ਜਿਹੜੀ ਲਾਈਨਾਂ ਆਪਾਂ ਜਿਹੜੀਆਂ ਗੱਲਾਂ ਆਪਾਂ ਉਹਦੇ ਵਿੱਚ ਵਰਤ ਸਕਦੇ ਹਾਂ। ਆਪਾਂ ਵਿਆਖਿਆ ਕਰਦੇ ਸਮੇਂ ਜਿਹੜੇ ਕਥਨਾਂ ਦੀ ਵਰਤੋਂ ਕਰ ਸਕਦੇ ਹਾਂ, ਉਪਯੁਕਤ ਜਿਹੜੀ ਕਥਨਾਂ ਦੀ ਵਰਤੋਂ ਆ ਉਹ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਜਿਹਦੇ ਨਾਲ ਕਿ ਅਸੀਂ ਜਿਹੜਾ ਵਿਸ਼ਾ ਵਸਤੂ ਹੈ ਜਾਂ ਫਿਰ ਜਿਹੜਾ ਪ੍ਰਸੰਗ ਹੈ ਉਹਦੀ ਆਪਾਂ ਲਾਈਨਾਂ ਨੇ ਜਿਹੜੀਆਂ ਉਹਨੂੰ ਸਮਝਾ ਸਕੀਏ। ਅੱਗੇ ਗੱਲ ਕਰਦੇ ਹਾਂ ਦ੍ਰਿਸ਼ੀ ਤਕਨੀਕਾਂ ਦੀ ਵਰਤੋਂ। ਦ੍ਰਿਸ਼ੀ ਤਕਨੀਕਾਂ ਦੀ
ਵਰਤੋਂ। ਦ੍ਰਿਸ਼ੀ ਤਕਨੀਕਾਂ ਦੀ ਵਰਤੋਂ ਵੀ ਜਿਹੜੀ ਆਪਾਂ ਉਹਦੇ ਵਿੱਚ ਹੈਗੀ ਆ ਉਹ ਕਰ ਸਕਦੇ ਹਾਂ। ਅੱਗੇ ਆਪਾਂ ਗੱਲ ਕਰਦੇ ਹਾਂ ਬੋਲਣ ਪ੍ਰਵਾਹ ਤੇ ਗਤੀ ਦੀ। ਜਦੋਂ ਆਪਾਂ ਲੈਕਚਰ ਦੇ ਰਹੇ ਹਾਂ, ਜਦੋਂ ਬੱਚਿਆਂ ਨੂੰ ਵਿਸ਼ਾ ਵਸਤੂ ਦਾ ਗਿਆਨ ਕਰਵਾ ਰਹੇ ਹਾਂ, ਬੋਲਣ ਪ੍ਰਵਾਹ ਤੇ ਗਤੀ, ਸਾਨੂੰ ਉਨੀ ਕੁ ਗਤੀ ਨਾਲ ਤੇ ਉਹਦਾ ਜਿਹੜਾ ਬੋਲਣ ਦਾ ਪ੍ਰਵਾਹ ਹੈ ਇਸ ਤਰੀਕੇ ਦਾ ਰੱਖਣਾ ਚਾਹੀਦਾ ਹੈ ਕਿ ਜੋ ਅਸੀਂ ਬੋਲ ਰਹੇ ਹਾਂ ਉਹ ਬੱਚਿਆਂ ਨੂੰ, ਜਿਨ੍ਹਾਂ ਨੂੰ ਸਮਝਾਉਣਾ ਉਹਨਾਂ ਨੂੰ ਸਮਝ ਆਵੇ। ਅੱਗੇ ਆਪਾਂ ਗੱਲ ਕਰਦੇ ਹਾਂ ਗਿਆਨ ਪ੍ਰੀਖਿਆ ਦੀ। ਗਿਆਨ ਪ੍ਰੀਖਿਆ ਗਿਆਨ ਜੋ ਆਪਾਂ ਬੱਚਿਆਂ ਨੂੰ ਦੇ ਰਹੇ ਹਾਂ, ਆਪਾਂ ਨੂੰ ਸਾਡੇ ਵਿਸ਼ੇ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਫਿਰ ਅਸੀਂ ਬੱਚਿਆਂ ਦਾ ਜਿਹੜਾ ਗਿਆਨ ਹੈ, ਬੱਚਿਆਂ ਨੇ ਗਿਆਨ ਲਿਆ, ਉਹਦੀ ਆਪਾਂ ਗਿਆਨ ਦੀ ਜਿਹੜੀ ਪ੍ਰੀਖਿਆ ਉਹ ਵੀ ਲੈ ਸਕਦੇ ਹਾਂ। ਨਿਰੰਤਰਤਾ ਤੇ ਕਰਮਬੱਧਤਾ, ਜਿਹੜਾ ਆਪਣਾ 9 ਨੰਬਰ ਤੇ ਪੁਆਇੰਟ ਆਉਂਦਾ ਗਾ, ਨਿਰੰਤਰਤਾ ਤੇ ਗਿਆਨਬੱਧਤਾ। ਨਿਰੰਤਰਤਾ ਤੇ ਕਰਮਬੱਧਤਾ, ਸੌਰੀ ਗਿਆਨਬੱਧਤਾ ਨਹੀਂ, ਨਿਰੰਤਰਤਾ ਤੇ ਕਰਮਬੱਧਤਾ। ਕਰਮਬੱਧਤਾ ਮਤਲਬ ਕਿ ਨਿਰੰਤਰ ਔਰ ਕਰਮਬੱਧ, ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਜਿਹੜਾ ਉਹ ਆਪਾਂ ਵਿਆਖਿਆ ਕਰਨੀ ਹੈ। ਇਹ ਨਹੀਂ ਹੈਗਾ ਕਿ ਪਹਿਲੇ ਸਟੈਪ ਤੋਂ ਚੱਕ ਕੇ ਆਪਾਂ ਸਿੱਧੇ ਲਾਸਟ ਤੇ ਜਾ ਕੇ ਉਹਦੀ ਵਿਆਖਿਆ ਕਰਕੇ ਵਿੱਚੋਂ ਛੱਡਤਾ। ਤਾਂ ਜਦੋਂ ਵੀ ਆਪਾਂ ਵਿਆਖਿਆ ਕਰਨੀ ਹੈ ਤਾਂ ਉਹ ਕੰਟੀਨਿਊਟੀ 'ਚ ਕਰਨੀ ਆ। ਅੱਗੇ ਆਪਾਂ ਗੱਲ ਕਰਦੇ ਹਾਂ ਯੋਗ ਸ਼ਬਦਾਵਲੀ ਦੀ ਵਰਤੋਂ। ਯੋਗ ਸ਼ਬਦਾਵਲੀ ਦੀ ਵਰਤੋਂ। ਤਾਂ ਜਿਹੜੀ ਆਪਾਂ ਸ਼ਬਦਾਵਲੀ ਵਰਤ ਰਹੇ ਹਾਂ ਉਹ ਯੋਗ ਹੈਗੀ ਆ ਕਿ ਨਹੀਂ, ਤਾਂ ਸਾਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਣਾ। ਤੇ ਇਹ ਸਾਰੇ ਜਿਹੜੇ ਕੰਪੋਨੈਂਟ ਹੈ, ਅਸੀਂ ਇਹਨਾਂ ਕੰਪੋਨੈਂਟ ਨੂੰ ਹੀ ਧਿਆਨ ਰੱਖ ਕੇ ਕੀ ਕਰਨਾ ਗਾ, ਅਸੀਂ ਜੋ ਵੀ ਆਪਦਾ ਲੈਸਨ ਪਲਾਨ ਕਰ ਰਹੇ ਹਾਂ, ਜੋ ਵੀ ਅਸੀਂ ਮਾਈਕਰੋ ਟੀਚਿੰਗ ਕਰ ਰਹੇ ਹਾਂ, ਮਾਈਕਰੋ ਟੀਚਿੰਗ ਅਸੀਂ ਕਲਾਸ ਵਿੱਚ ਦੇਣੀ ਹੈ, ਉਹ ਦੇਣੀ ਜ਼ਰੂਰੀ ਹੈ। ਇਹਦੇ ਵਿੱਚ ਵੀ ਆਪਾਂ ਇੱਕ ਹੁਣ ਲੈਸਨ ਪਲਾਨ ਕਰਦੇ ਹਾਂ ਕਿ ਅਸੀਂ ਇਹਦਾ ਕਿਵੇਂ ਬਣਾ ਸਕਦੇ ਹਾਂ। ਲੈਸਨ ਜਿਹੜਾ ਪਲਾਨ ਕਰਨਾ, ਲੈਸਨ ਦੀ ਪਲਾਨਿੰਗ ਹੁੰਦੀ ਆ, ਉਹ ਆਪਾਂ ਕਿਵੇਂ ਕਰ ਸਕਦੇ ਹਾਂ, ਕਿਵੇਂ ਇੱਕ ਆਪਾਂ ਜਿਹੜਾ ਇਹਦਾ ਮਾਈਕਰੋ ਲੈਸਨ ਉਹ ਬਣਾ ਸਕਦੇ ਹਾਂ। ਸਭ ਤੋਂ ਪਹਿਲਾਂ ਉਹਦੀ ਜਿਵੇਂ ਆਪਾਂ ਲਾਸਟ ਵਿੱਚ ਕੀਤਾ ਸੀਗਾ, ਲਾਸਟ ਲੈਕਚਰ ਵਿੱਚ ਵੀ ਆਪਾਂ ਕੀਤਾ ਸੀ, ਇੱਥੇ ਹੈਗਾ ਵਿਦਿਆਰਥੀ ਅਧਿਆਪਕ ਦਾ ਨਾਮ। ਠੀਕ ਹੈ, ਫੋਰ ਐਗਜ਼ਾਮਪਲ ਜਿਵੇਂ ਆਪਾਂ ਪਿੱਛੇ ਲਿਖ ਲਿਆ ਸੀਗਾ ਰਾਮ। ਉਸ ਤੋਂ ਬਾਅਦ ਕੀ ਲਿਖਾਂਗੇ, ਉਸ ਤੋਂ ਬਾਅਦ ਲਿਖਾਂਗੇ ਆਪਾਂ ਵਿਸ਼ਾ, ਕਿ ਆਪਾਂ ਕਿਸ ਵਿਸ਼ੇ ਨੂੰ ਕਰਵਾ ਰਹੇ ਹਾਂ। ਤਾਂ ਆਪਣਾ ਵਿਸ਼ਾ ਆਪਾਂ ਇੱਥੇ ਰੱਖੀਏ ਪੰਜਾਬੀ ਕਰਵਾ ਰਹੇ ਹਾਂ। ਉਸ ਤੋਂ ਬਾਅਦ ਆਪਾਂ ਕਰਦੇ ਹਾਂ ਪ੍ਰਸੰਗ, ਕਿ ਆਪਾਂ ਕਿਹੜਾ ਜਿਹੜਾ ਵਿਸ਼ਾ ਗਾ ਉਹ ਵਿਸ਼ੇ ਵਿੱਚ ਆਪਾਂ ਅੱਜ ਕਿਹੜਾ ਜਿਹੜਾ ਟੌਪਿਕ ਹੈ ਉਹ ਕਰਵਾਉਣਾ ਗਾ। ਟੌਪਿਕ ਦਾ ਨਾਮ ਆਪਾਂ ਇੱਥੇ ਲਿਖਦੇ ਹਾਂ ਵਿਸ਼ੇਸ਼ਣ, ਕਿ ਅੱਜ ਜਿਹੜਾ ਲੈਸਨ ਪਲਾਨ ਹੈ, ਜਿਹੜੀ ਮਾਈਕਰੋ ਟੀਚਿੰਗ ਹੈ, ਉਹ ਕੀ ਆਪਾਂ ਵਿਆਕਰਣ ਦੀ ਕਰਦੇ ਹਾਂ। ਵਿਆਕਰਣ ਦੇ ਵਿੱਚ ਜਿਹਦੇ ਵਿੱਚ ਆਪਾਂ ਟੌਪਿਕ ਚੂਜ਼ ਕੀਤਾ ਗਾ ਵਿਸ਼ੇਸ਼ਣ। ਫਿਰ ਆਪਾਂ ਜਮਾਤ ਕਰਦੇ ਹਾਂ, ਸ਼੍ਰੇਣੀ ਕਰਦੇ ਹਾਂ ਕਿ ਕਿਸ ਸ਼੍ਰੇਣੀ ਦਾ ਜਿਹੜਾ ਆਪਾਂ ਕਰਵਾ ਰਹੇ ਹਾਂ। ਆਪਾਂ 8ਵੀਂ ਸ਼੍ਰੇਣੀ ਨੂੰ ਇਹ ਚੀਜ਼ਾਂ ਕਰਵਾ ਰਹੇ ਹਾਂ। ਫਿਰ ਆਪਣਾ ਜਿਹੜਾ ਸੈਸ਼ਨ ਆ ਉਹ ਕਿਹੜਾ ਗਾ, ਉਹ ਸੈਸ਼ਨ ਹੈਗਾ ਗਾ ਮਾਈਕਰੋ ਟੀਚਿੰਗ ਦਾ। ਟੀਚਿੰਗ ਦਾ ਸੈਸ਼ਨ ਹੈ ਇਹ, ਅਧਿਆਪਨ ਦਾ ਤੇ ਨਾਲ ਪੁਨਰ ਅਧਿਆਪਨ ਵੀ ਲਿਖ ਲੈਣੇ ਆਪਾਂ। ਇਹ ਪੁਨਰ ਅਧਿਆਪਨ ਦਾ ਹੈਗਾ ਵਾ, ਅਧਿਆਪਨ ਦਾ ਕਰ ਲਓ ਜਾਂ ਫਿਰ ਪੁਨਰ ਅਧਿਆਪਨ ਦੇ ਵਿੱਚ ਦੇਖੋਗੇ ਆਪਾਂ ਕੀ ਲਿਖਦੇ ਹਾਂ। ਅੱਗੇ ਆਪਾਂ ਗੱਲ ਕਰ ਰਹੇ ਹਾਂ ਮਿਤੀ ਦੀ, ਕਿ ਆਪਾਂ ਜਿਹੜੀ ਤਾਰੀਖ ਆ ਉਹ ਕਿਸ ਤਰੀਕ ਨੂੰ ਇਹ ਕਰਵਾ ਰਹੇ ਹਾਂ। ਆਪਾਂ ਇੱਥੇ ਕੋਈ ਤਾਰੀਖ ਲਿਖ ਲੈਂਦੇ ਕਿ ਆਪਾਂ ਕਿਸ ਤਰੀਕ ਨੂੰ ਇਹ ਕਰਵਾ ਰਹੇ ਹਾਂ। ਤਾਂ ਇਹਦੇ ਵਿੱਚ ਜਿਹੜਾ ਇਹ ਮਾਈਕਰੋ ਟੀਚਿੰਗ ਹੈ ਇਹ ਕਿਵੇਂ ਹੁੰਦੀ ਹੈ, ਤੇ ਜਿਹੜਾ ਆਪਾਂ ਇਹਦਾ ਲੈਸਨ ਹੈ, ਆਪਾਂ ਲੈਸਨ ਕਿਵੇਂ ਬਣਾਉਣੇ ਆ। ਇਹ ਆਪਣਾ ਇੱਕ ਆਦਰਸ਼ ਜਿਹੜਾ ਹੈ ਆਪਾਂ ਮਾਡਲ ਮਾਈਕਰੋ ਲੈਸਨ ਬਣਾ ਰਹੇ ਹਾਂ ਇੱਥੇ। ਤਾਂ ਇੱਥੇ ਸਭ ਤੋਂ ਪਹਿਲਾਂ ਕੀ ਹੈ, ਇੱਥੇ ਆਪਾਂ ਜਿਵੇਂ ਆਪਾਂ ਸੇਮ ਪਿਛਲਾ ਆਪਾਂ ਜਿਹੜਾ ਲੈਕਚਰ ਵਿੱਚ ਬਣਾਇਆ ਸੀ, ਪ੍ਰਸ਼ਨ ਪੁੱਛਣ ਦਾ ਜਿਹੜਾ ਕੌਸ਼ਲ ਸੀ, ਉਹਦੇ ਰਿਗਾਰਡਿੰਗ ਆਪਾਂ ਇੱਕ ਲੈਸਨ ਬਣਾਇਆ ਸੀ। ਇੱਥੇ ਆਪਾਂ ਲੈਸਨ ਬਣਾ ਰਹੇ ਹਾਂ ਵਿਆਖਿਆ ਕੌਸ਼ਲ ਨੂੰ ਲੈ ਕੇ। ਤਾਂ ਸਭ ਤੋਂ ਪਹਿਲਾਂ ਆਪਾਂ ਲਿਖਦੇ ਹਾਂ ਇੱਥੇ ਵਿਸ਼ਾ ਵਸਤੂ। ਇੱਥੇ ਵਿਸ਼ਾ ਵਸਤੂ, ਤਾਂ ਫਿਰ ਸੈਕਿੰਡ ਨੰਬਰ ਤੇ ਕੀ ਆਊਗਾ, ਵਿਦਿਆਰਥੀ ਅਧਿਆਪਕ ਕਿਰਿਆਵਾਂ।
ਕਿਰਿਆਵਾਂ ਤੇ ਉਸ ਤੋਂ ਬਾਅਦ ਆਪਾਂ ਕੀ ਲਿਖਾਂਗੇ ਵਿਦਿਆਰਥੀ ਕਿਰਿਆਵਾਂ ਕਿ ਜੋ ਵਿਦਿਆਰਥੀ ਦੇ ਵਿੱਚ ਕਿਰਿਆ ਹੈ ਵਿਦਿਆਰਥੀ ਕਿਰਿਆਵਾਂ ਕਿਹੜੀਆਂ ਕਿਹੜੀਆਂ ਨੇ। ठीक है आप इतने विषय वस्तु चूज किया कि किस टॉपिक बारे किस विषय ते आप बच्चों को जी टीचिंग दे रहे हैं तो अध्यापक क्रियावां अध्यापक किस तरीके एक्सप्लेन कर रहे हैं अगे विद्यार्थी अगर कोई क्वेश्चनिंग हो रही है तो विद्यार्थी जो किस तरीके ने उत्तर वो दे रहे हैं। ठीक है आप विषय वस्तु की गल करते हैं आप किस विषय वस्तु से चलना है जिवें आप ऊपर विषय अपना प्रसंग रखा होया विशेषण आप इस चीज़ की जी व्याख्या वो बच्चे को करते हैं आप इतने स्टार्टिंग आप विषय वस्तु बारे लिखते हैं कि जोड़ा शब्द किसी नाम या पड़नाम शब्द नाल आके उसकी विशेषता प्रगट करे उसनूं व्याकरण में विशेषण कहा जाता है। जोड़ा शब्द नाम या पड़नाम नाल आके उसदी विशेषता प्रकट करे उसनूं व्याकरण विच विशेषण कहा जाता है। इत्थे आपां गल कीती है विशेषण की आपां टॉपिक लिया है उत्थे विशेषण अगे आपां इहदा विषय वस्तु देखो कि जिहड़ा शब्द नाम या पड़नाम नाल आके उसकी विशेषता प्रकट करे उसनूं व्याकरण विच जिहड़ा विशेषण वो कहा जाता है। तां हुण आपां अध्यापक दी क्रियावां लिखदे हां कि अध्यापक फिर इसनूं किवें एक्सप्लेन कर रहा। अध्यापक सब तो पहला देखो बच्चों नूं इंट्रोडक्शन विशेषण है जिहड़ा इहनूं इंट्रोड्यूस करेगा अध्यापक इहनूं इहदी इंट्रोडक्शन देगा कि विशेषण की हुंदे ने। सब तो पहला चलो आपां गल करते हैं कि अध्यापक दी की इहदे विच क्रियावां ने कि बच्चों अज तुहानूं विशेषण बारे जिहड़ी जानकारी वो करवाई जाएगी। बच्चों अज तुहानूं विशेषण बारे जानकारी दिती जाएगी कि अज असीं तुहानूं जिहड़ा विशेषण उहदे बारे समझावांगे कि जिहड़ा विशेषण वो की हुंदा गा। तां हरेक वाक विच अध्यापक की क्रिया है अध्यापक बच्चों को किवें दस रहे हैं कि हर एक वाक विच करता कर्म ते जिहड़ा क्रिया वो हुंदी है। जिवें आपां गल करिए कि राम किताब पढ़ रहा है राम किताब पढ़ रहा है। इस विच राम की है राम इस विच करता है जो कि किताब पढ़ रहा है। राम इस विच करता जो किताब पढ़ रहा है। तो पढ़ रहा है क्रिया हो रही है इत्थे किया पढ़ रहा है जो पढ़न का काम कर रहा हो करता है। जिहड़ी किताब है किताब वो की है कर्म है जिस उत्ते काम हो रहा है किताब पढ़ी जा रही है। और जिहड़ा पढ़ रहा है कोई काम जदों हो रहा हुंदा ते क्रिया हो रही है मतलब पढ़ाई हो रही है तो आ चीज की है यह क्रिया है। अगर असीं कहांगे कि राम धार्मिक किताब पढ़ रहा है राम धार्मिक किताब पढ़ रहा है। इत्थे किताब एक सिंपल किताब नहीं रह गई इत्थे की किताब हैगी है जिहड़ी किताब है वो एक धार्मिक किताब बन गई है। धार्मिक किताब मतलब धार्मिक जिहड़ा शब्द लगे इत्थे इहने की कीता गा
ਜਿਹੜੀ ਕਿਤਾਬ ਹੈ ਉਹਦੀ ਵਿਸ਼ੇਸ਼ਤਾ ਦੱਸੀ ਹੈ ਕਿ ਰਾਮ ਕਿਹੜੀ ਕਿਤਾਬ ਪੜ੍ਹ ਰਿਹਾ ਹੈ। ਰਾਮ ਇੱਥੇ ਸੇਮ ਕੀ ਹੈ, ਇਹ ਕਰਤਾ ਹੋ ਗਿਆ, ਜਿਹੜਾ ਕਿਤਾਬ ਹੈ ਉਹ ਕਰਮ ਹੋ ਗਈ ਹੈ, ਜਿਹੜਾ ਕਿਰਿਆ ਹੈ ਉਹ ਪੜ੍ਹ ਰਿਹਾ ਹੈ, ਇੱਥੇ ਇਹ ਕਿਰਿਆ ਹੋ ਗਈ ਹੈ। ਪਰ ਜਿਹੜਾ ਇੱਥੇ ਧਾਰਮਿਕ ਸ਼ਬਦ ਆ ਗਿਆ, ਧਾਰਮਿਕ ਕੀ ਹੋ ਗਿਆ, ਇੱਕ ਇਹ ਤੇ ਵਿਸ਼ੇਸ਼ਣ ਸ਼ਬਦ ਹੋ ਗਿਆ। ਤਾਂ ਇੱਥੇ ਅਧਿਆਪਕ ਐਕਸਪਲੇਨ ਕਰ ਰਿਹਾ ਕਿ ਇਹ ਵਿਸ਼ੇਸ਼ਣ ਹੈ। ਤਾਂ ਵਿਦਿਆਰਥੀਆਂ ਨੂੰ ਇੱਥੇ ਕੁਐਸਚਨ ਪੁੱਛਿਆ ਜਾ ਸਕਦਾ ਗਾ ਕਿ ਜਿਹੜਾ ਇੱਥੇ ਤੁਸੀਂ ਦੱਸੋ ਕਿ ਵਿਸ਼ੇਸ਼ਣ ਹੈ ਜਿਹੜਾ ਉਹ ਕਿਹੜਾ ਸ਼ਬਦ ਹੈ, ਕਿਹੜੇ ਸ਼ਬਦ ਨੂੰ ਅਸੀਂ ਵਿਸ਼ੇਸ਼ਣ ਕਹਿ ਸਕਦੇ ਹਾਂ। ਜਿਵੇਂ ਅਗਰ ਆਪਾਂ ਗੱਲ ਕਰੀਏ ਕਿ ਜੱਗ ਵਿੱਚ ਪਾਣੀ ਹੈ, ਇੱਕ ਸਿੰਪਲ ਜੀ ਗੱਲ ਹੈ ਕਿ ਜੱਗ ਵਿੱਚ ਪਾਣੀ ਹੈ, ਲੇਕਿਨ ਅਗਰ ਉਸ ਦੀ ਜਗ੍ਹਾ ਤੇ ਆਪਾਂ ਲਿਖ ਦਈਏ ਕਿ ਜੱਗ ਵਿੱਚ ਥੋੜਾ ਪਾਣੀ ਹੈ। ਹੁਣ ਜੱਗ ਵਿੱਚ ਪਾਣੀ ਹੈ ਲੇਕਿਨ ਉਹਦੀ ਕੁਆਂਟੀਟੀ ਦੱਸ ਦਿੱਤੀ ਗਈ ਆ, ਉੱਥੇ ਕੁਆਂਟੀਟੀ ਦੱਸਣਾ ਮਤਲਬ ਉਹਦੀ ਵਿਸ਼ੇਸ਼ਤਾ ਦੱਸੀ ਆ, ਤਾਂ ਉਹ ਕੀ ਚੀਜ਼ ਹੋਗੀ, ਜਿਹੜਾ ਥੋੜਾ ਹੈ ਉਹਦੀ ਉੱਥੇ ਉਹ ਵਿਸ਼ੇਸ਼ਤਾ ਹੋਗੀ। ਹੁਣ ਜੋ ਇਹਦੇ ਵਿੱਚ ਇੱਕ ਹੋਰ ਚੀਜ਼ ਆ, ਇੱਕ ਤਾਂ ਵਿਸ਼ੇਸ਼ਣ ਹੋ ਗਿਆ, ਜੋ ਵਿਸ਼ੇਸ਼ਤਾ ਦੱਸੀ ਗਈ ਆ ਉਹ ਵਿਸ਼ੇਸ਼ਣ ਹੁੰਦਾ ਗਾ ਜਿਹੜਾ ਸ਼ਬਦ ਵਿਸ਼ੇਸ਼ਤਾ ਦੱਸ ਰਿਹਾ। ਹੁਣ ਜਿਸ ਸ਼ਬਦ ਦੀ ਵਿਸ਼ੇਸ਼ਤਾ ਦੱਸ ਰਿਹਾ, ਜਿਸ ਸ਼ਬਦ ਦੀ ਵਿਸ਼ੇਸ਼ਤਾ ਦੱਸੀ ਜਾ ਰਹੀ ਹੈ ਉਹ ਕੀ ਹੋ ਗਿਆ, ਉਹ ਸ਼ਬਦ ਵੀ ਵਿਸ਼ੇਸ਼ ਹੋ ਗਿਆ। ਜਿਵੇਂ ਹੁਣ ਕਿਤਾਬ ਦੀ ਵਿਸ਼ੇਸ਼ਤਾ ਦੱਸੀ ਜਾ ਰਹੀ ਆ, ਕਿਤਾਬ ਕਰਮੈ ਕਰੋ ਕਿਹੜਾ ਸ਼ਬਦ ਹੋ ਗਿਆ, ਉਹ ਵਿਸ਼ੇਸ਼ ਚੀਜ਼ ਹੋ ਗਈ। ਰਾਮ ਧਾਰਮਿਕ ਕਿਤਾਬ ਪੜ੍ਹ ਰਿਹਾ ਹੈ, ਰਾਮ ਪੜ੍ਹ ਰਿਹਾ ਗਾ, ਕਿਹੜੀ ਕਿਤਾਬ ਪੜ੍ਹ ਰਿਹਾ, ਉਹ ਧਾਰਮਿਕ ਕਿਤਾਬ ਪੜ੍ਹ ਰਿਹਾ, ਵਿਸ਼ੇਸ਼ਤਾ ਕਿਹਦੀ ਹੋ ਗਈ, ਉਹ ਕਿਤਾਬ ਦੀ ਹੋ ਗਈ। ਤੇ ਹੁਣ ਇੱਥੇ ਕੀ ਆ, ਕੁਐਸਚਨ ਬਣ ਸਕਦੇ ਨੇ। ਹੁਣ ਇਹਦੀ ਐਕਸਪਲੇਨੇਸ਼ਨ ਹੋ ਗਈ, ਇਹਨੂੰ ਪੂਰਨ ਰੂਪ ਤੇ ਜਿਹੜੀ ਇਹਦੀ ਵਿਆਖਿਆ ਕਰਤੀ। ਹੁਣ ਇਹਦੇ ਵਿੱਚ ਜਿਵੇਂ ਕੁਐਸਚਨ ਹੋ ਸਕਦਾ ਗਾ ਕਿ ਵਿਸ਼ੇਸ਼ ਕੀ ਹੁੰਦਾ ਗਾ, ਇਸ ਤੋਂ ਬਾਅਦ ਇਹਦੇ ਜਿਹੜੇ ਕੁਐਸਚਨ ਬਣ ਸਕਦੇ ਨੇ, ਵਿਸ਼ੇਸ਼ ਕੀ ਹੁੰਦਾ ਹੈ। ਤਾਂ ਹੁਣ ਅੱਗੇ ਵਿਦਿਆਰਥੀ ਅਧਿਆਪਕ ਦੀਆਂ ਕਿਰਿਆਵਾਂ ਆ ਗਈਆਂ ਕਿ ਜਿਹੜਾ ਵਿਦਿਆਰਥੀ ਅਧਿਆਪਕ ਇਸ ਨੂੰ ਕਿਸ ਤਰੀਕੇ ਨਾਲ ਉਹ ਦੱਸਦਾ ਕਿ ਜਿਸ ਸ਼ਬਦ ਦੀ ਵਿਸ਼ੇਸ਼ਤਾ ਦੱਸੀ ਜਾਵੇ, ਜਿਸ ਸ਼ਬਦ ਦੀ ਵਿਸ਼ੇਸ਼ਤਾ ਦੱਸੀ ਜਾਵੇ ਉਹ ਵਿਸ਼ੇਸ਼ ਸ਼ਬਦ ਹੁੰਦਾ ਹੈ। ਅੱਗੇ ਆਪਾਂ ਇੱਥੇ ਕੁਐਸਚਨ ਬਣਾ ਦਿੰਦੇ ਹਾਂ ਕਿ ਵਿਸ਼ੇਸ਼ਣ ਕੀ ਹੁੰਦਾ ਹੈ, ਕਿ ਜਿਹੜਾ ਨਾਮ ਜਾਂ ਪੜਨਾਮ ਦੇ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸੇ ਉਹ ਵਿਸ਼ੇਸ਼ਣ ਹੁੰਦਾ ਹੈ। ਜਾਂ ਫਿਰ ਕੁਐਸਚਨ ਬਣ ਸਕਦਾ ਵਿਸ਼ੇਸ਼ ਤੇ ਵਿਸ਼ੇਸ਼ਣ ਵਿੱਚ ਕੀ ਸੰਬੰਧ ਹੁੰਦਾ ਹੈ। ਤਾਂ ਵਿਸ਼ੇਸ਼ ਤੇ ਵਿਸ਼ੇਸ਼ਣ ਵਿੱਚ ਕੀ ਸੰਬੰਧ ਹੁੰਦਾ ਹੈ ਕਿ ਵਿਸ਼ੇਸ਼ਣ ਹਮੇਸ਼ਾ ਆਪਣੇ ਵਿਸ਼ੇਸ਼ ਸ਼ਬਦ ਨਾਲ ਆਉਂਦਾ ਹੈ, ਵਿਸ਼ੇਸ਼ਣ ਕਦੇ ਇਕੱਲਾ ਨਹੀਂ ਆਉਂਦਾ। ਇੱਥੇ ਇਹ ਨਹੀਂ ਲਿਖ ਸਕਦੇ ਆਪਾਂ ਕਿ ਰਾਮ ਧਾਰਮਿਕ ਪੜ੍ਹ ਰਿਹਾ ਹੈ, ਤਾਂ ਜਿਹੜਾ ਵਿਸ਼ੇਸ਼ ਸ਼ਬਦ ਆ ਉੱਤੇ, ਵਿਸ਼ੇਸ਼ ਸ਼ਬਦ ਜਦੋਂ ਵਿਸ਼ੇਸ਼ਣ ਦੇ ਨਾਲ ਆਉਂਦਾ ਤਾਂ ਇਹ ਵਿਸ਼ੇਸ਼ ਸ਼ਬਦ ਉਦੋਂ ਹੀ ਵਿਸ਼ੇਸ਼ ਬਣਦਾ ਜਦੋਂ ਉਹਦੀ ਵਿਸ਼ੇਸ਼ਤਾ ਦੱਸੀ ਜਾਂਦੀ ਹੈ, ਅਦਰਵਾਈਜ਼ ਉਹ ਇੱਕ ਸਿੰਪਲ ਸ਼ਬਦ ਹੁੰਦਾ। ਤੇ ਇਸ ਕਰਕੇ ਵਿਸ਼ੇਸ਼ ਤੇ ਵਿਸ਼ੇਸ਼ਣ ਦਾ ਜਿਹੜਾ ਸੰਬੰਧ ਆ ਉਹ ਦੋਵੇਂ ਇੱਕ ਦੂਜੇ ਦੇ ਨਾਲ ਆਉਂਦੇ ਨੇ। ਤਾਂ ਇਸ ਕਰਕੇ ਇੱਥੇ ਅਗਰ ਆਪਾਂ ਪੁੱਛਾਂਗੇ ਕਿ ਵਿਸ਼ੇਸ਼ ਤੇ ਵਿਸ਼ੇਸ਼ਣ ਵਿੱਚ ਕੀ ਸੰਬੰਧ ਹੈ, ਫਿਰ ਆਪਾਂ ਇੱਥੇ ਵਿਦਿਆਰਥੀ ਕਿਰਿਆਵਾਂ 'ਚ ਲਿਖਾਂਗੇ ਕਿ ਜਿਹੜਾ ਵਿਸ਼ੇਸ਼ਣ ਹੈ ਉਹ ਹਮੇਸ਼ਾ ਕੀ ਹੈ, ਆਪਣੇ ਜਿਹੜੇ ਵਿਸ਼ੇਸ਼ ਸ਼ਬਦ ਆ ਉਹਦੇ ਨਾਲ ਆਉਂਦਾ ਤੇ ਇਹਦੀ ਇਹ ਵਿਸ਼ੇਸ਼ਤਾ ਹੈ। ਹੁਣ ਆਪਾਂ ਗੱਲ ਕਰਦੇ ਆ ਇਹਦੀ ਰੇਟਿੰਗ ਦੀ, ਕਿ ਇਹਦਾ ਮੁਲਾਂਕਣ ਦੀ, ਇਹਦੀ ਮੁਲਾਂਕਣ ਹੁਣ ਆਪਾਂ ਐਕਸਪਲੇਨਿੰਗ ਸਕਿੱਲ ਦਾ ਇੱਕ ਲੈਸਨ ਪਲਾਨ ਬਣਾ ਲਿਆ। ਹੁਣ ਆਪਾਂ ਇਹਦੀ ਜਿਹੜੀ ਟੀਚਿੰਗ ਕੀਤੀ ਹੈ ਇਹਦੀ ਆਪਾਂ ਇਵੈਲੂਏਸ਼ਨ ਵੀ ਕਰਾਂਗੇ ਕਿ ਇਸ ਟੌਪਿਕ ਤੇ ਬੱਚੇ ਨੇ ਇਸ ਤਰੀਕੇ ਨਾਲ ਟੀਚਿੰਗ ਕੀਤੀ ਸੀ, ਕਿਉਂਕਿ ਜਿਹੜਾ ਲੈਸਨ ਪਲਾਨ ਬਣਦਾ ਗਾ ਉਹ ਕੀ ਆ, ਜਿਹੜਾ ਇੱਕ ਮਾਈਕਰੋ ਲੈਸਨ ਬਣਦਾ ਗਾ ਉਹ ਬੱਚੇ ਦੀ ਜਿਹੜੀ ਟੀਚਿੰਗ ਹੁੰਦੀ ਆ, ਜਦੋਂ ਬੱਚਾ ਟੀਚ ਕਰਦਾ ਜਿਹੜਾ ਮਾਈਕਰੋ ਟੀਚਿੰਗ ਹੁੰਦਾ ਉਹ ਇਹ ਲੈਸਨ ਹੀ ਹੁੰਦਾ, ਉਹ ਇਸੇ ਲੈਸਨ ਦੀ ਕੀ ਆ ਉਹਨੇ ਮਾਈਕਰੋ ਟੀਚਿੰਗ ਕੀਤੀ ਹੁੰਦੀ ਆ। ਤਾਂ ਜੋ ਟੀਚਿੰਗ ਕੀਤੀ ਹੁੰਦੀ ਆ ਉਸੇ ਦਾ ਹੀ ਮਾਈਕਰੋ ਜਿਹੜਾ ਲੈਸਨ ਉਹ ਬਣਾਇਆ ਜਾਂਦਾ ਹੈ। ਤਾਂ ਹੁਣ ਆਪਾਂ ਦੇਖਦੇ ਹਾਂ ਕਿ ਜੋ ਵਿਦਿਆਰਥੀ ਅਧਿਆਪਕ ਨੇ, ਜੋ ਪੀਪਲ ਟੀਚਰ ਨੇ ਮਾਈਕਰੋ ਟੀਚਿੰਗ ਕੀਤੀ ਸੀ ਇਸ ਮਾਈਕਰੋ ਲੈਸਨ ਨੂੰ ਲੈ ਕੇ, ਹੁਣ ਆਪਾਂ ਇਹਦਾ ਇਵੈਲੂਏਸ਼ਨ ਕਰਦੇ ਹਾਂ ਕਿ ਬੱਚੇ ਨੇ ਜਿਹੜੇ ਆਪਣੇ ਕੰਪੋਨੈਂਟ ਸੀ, ਜਿਵੇਂ ਆਪਾਂ ਸਟਾਰਟਿੰਗ 'ਚ ਕੰਪੋਨੈਂਟ ਕੀਤੇ ਸੀਗੇ ਕਿ ਐਕਸਪਲੇਨ ਜਿਹੜੇ ਆਪਾਂ ਕਰਦੇ ਆ ਤਾਂ ਉਹਦੇ ਕੰਪੋਨੈਂਟ ਨੂੰ ਧਿਆਨ 'ਚ ਰੱਖਣਾ ਗਾ, ਤਾਂ ਉਹਦੇ ਆ ਸਾਰੇ ਜਿਹੜੇ ਆਪਾਂ 10 ਕੰਪੋਨੈਂਟ ਕੀਤੇ ਸੀ, ਹੁਣ ਇੰਨਾ ਹੀ ਕੰਪੋਨੈਂਟ ਦੀ ਕੀ ਹੈ ਦੁਬਾਰਾ ਮੁਲਾਂਕਣ ਹੁੰਦਾ, ਇਹਦੀ ਇਵੈਲੂਏਸ਼ਨ ਹੁੰਦੀ ਆ। ਤਾਂ ਇਹ ਜਿਵੇਂ ਆਪਾਂ ਪਿਛਲੇ ਲੈਕਚਰ 'ਚ ਕੀਤਾ ਸੀਗਾ ਆਪਾਂ ਇਹਨੂੰ 7 ਪੁਆਇੰਟ ਦੇ ਦਿੰਦੇ ਆ। ਠੀਕ, ਆਪਾਂ ਸਾਰੇ ਜਗ੍ਹਾ ਇੱਥੇ 7 ਜਿਹੜੇ ਆ ਪੁਆਇੰਟ ਨੇ ਇਹ ਲਿਖਦੇ ਆ। ਤਾਂ ਇਹ ਪੁਆਇੰਟ ਦਾ ਕੀ ਮਤਲਬ ਆ, ਆਪਾਂ ਇਹ ਦੱਸਣਾ ਗਾ ਕਿ ਜੋ ਬੱਚੇ ਨੇ ਵਿਆਖਿਆ ਨੂੰ ਲੈ ਕੇ
ਵਿਆਖਿਆ ਜਿਹੜੀ ਸਕਿੱਲ ਐਕਸਪਲੇਨਿੰਗ ਸਕਿੱਲ ਨੂੰ ਲੈ ਕੇ ਜੋ ਮਾਈਕਰੋ ਟੀਚਿੰਗ ਕੀਤੀ ਹੈ ਉਹ ਕਿੰਨੇ ਕੁ ਉਹਨੇ ਜਿਹੜੇ ਆਹ ਕੰਪੋਨੈਂਟ ਹੈ ਉਹ ਕਿਸ ਹੱਦ ਤੱਕ ਉਹਨੇ ਕੰਪੋਨੈਂਟ ਹੈ ਉਹ ਯੂਜ਼ ਕੀਤੇ ਨੇ, ਕਿੰਨੇ ਕੁ ਵਧੀਆ ਤਰੀਕੇ ਨਾਲ ਜਿਹੜੇ ਇਹਦੇ ਕੰਪੋਨੈਂਟ ਹੈ ਇਹ ਯੂਜ਼ ਕੀਤੇ ਗਏ ਨੇ ਉਹਦੀ ਟੀਚਿੰਗ 'ਚ। ਹੁਣ ਆਪਾਂ ਚੱਲਦੇ ਆ, ਚਲੋ ਆਪਾਂ ਨਾਲ ਦੀ ਨਾਲ ਆਪਾਂ ਇਹਦੀ ਇਵੈਲੂਏਸ਼ਨ ਕਰਦੇ ਜਾਂਦੇ ਆ ਕਿ ਜਿਵੇਂ ਹੁਣ ਪਹਿਲਾ ਸੀਗਾ ਇਹਦਾ ਕੰਪੋਨੈਂਟ ਆਬਜੈਕਟ ਆਰੰਭਿਕ ਕਥਨਾਂ ਦਾ ਪ੍ਰਯੋਗ ਕਿ ਉਹਨੇ ਕਿੰਨਾ ਕੁ ਕੀਤਾਗਾ। ਦੇਖੋ ਅਗਰ ਤਾਂ ਉਹਨੇ ਬਿਲਕੁਲ ਨਹੀਂ ਕੀਤਾ, ਆਪਾਂ ਨੂੰ ਲੱਗਦਾ ਕਿ ਉਹਨੇ ਜਿਹੜੀ ਸਟਾਰਟਿੰਗ ਵਾਲਾ ਕੰਪੋਨੈਂਟ ਸੀ ਉਹ ਤਾਂ ਕੀਤਾ ਹੀ ਨਹੀਂ ਪੂਰਾ, ਤਾਂ ਆਪਾਂ ਉਹਨੂੰ 0 ਨੂੰ ਸਰਕਲ ਕਰਦੇ ਆ। ਅਗਰ ਆਪਾਂ ਨੂੰ ਲੱਗਦਾ ਕਿ 100% ਕੀਤਾ ਤਾਂ ਆਪਾਂ ਕੀ ਆ 6 ਨੂੰ ਕੀ ਆ ਸਰਕਲ ਕਰਦੇ ਆ। ਅਗਰ ਆਪਾਂ ਇੱਥੇ 3 ਨੂੰ ਸਰਕਲ ਕੀਤਾ ਮਤਲਬ ਕੀ ਆ ਉਹ ਐਵਰੇਜ ਉਹਨੇ ਕੀਤਾਗਾ ਕਿ ਉਹਦੇ ਵਿੱਚ ਨਾ ਤਾਂ ਉਹਨੇ ਜ਼ਿਆਦਾ ਵਾਰ ਕੀਤਾ ਨਾ ਹੀ ਉਹਨੇ ਇਹ ਕੀਤਾਗਾ ਕਿ ਜਿੰਨੀ ਕੁ ਮਤਲਬ ਕਿ ਸਰ ਗਿਆ ਉਹਨੂੰ ਕੀਤੇ ਤੋਂ ਉਹਨਾਂ ਕੁ ਉਹਨੇ ਕਰ ਦਿੱਤਾਗਾ। ਅੱਗੇ ਆਪਾਂ ਗੱਲ ਕਰਦੇ ਹਾਂ ਵਿਆਖਿਆ ਸੰਬੰਧਾਂ ਦੀ ਵਰਤੋਂ, ਜਿੱਤ ਵਿਆਖਿਆ ਕੀਤੀ ਉਹਨੇ ਮਤਲਬ ਕਿਵੇਂ ਉਹਨੇ ਜਿਹੜੀ ਵਿਆਖਿਆ ਕੀਤੀ ਹੈ ਤਾਂ ਕਿੰਨਾ ਕਿਸ ਦੀ ਚੀਜ਼ ਦਾ ਆਪਾਂ ਇੱਥੇ ਜਿਵੇਂ 4 ਪੁਆਇੰਟ ਕਰਤਾ ਕਿ ਐਵਰੇਜ ਤੋਂ ਵਧੀਆ ਸੀਗਾ। ਇੱਕ ਆਪਾਂ ਕਹਿੰਦੇ ਕਿ ਠੀਕ ਠਾਕ ਜਿਹਾ ਸੀ, ਫਿਰ ਆਪਾਂ ਕਹਿੰਦੇ ਨੇ ਵੀ ਨਹੀਂ ਵਧੀਆ ਸੀ ਉਹ ਚੀਜ਼। ਅਗਰ ਆਪਾਂ ਗੱਲ ਕੀਤੀ ਹੈ ਜ਼ਰੂਰੀ ਬਿੰਦੂਆਂ ਨੂੰ ਸਮੇਟਣਾ, ਜ਼ਰੂਰੀ ਬਿੰਦੂਆਂ ਨੂੰ ਕਿ ਜੋ ਕੁਝ ਸਾਨੂੰ ਉਸ ਵਿੱਚ ਬੋਲਣਾ ਚਾਹੀਦਾ ਸੀ, ਕੁਐਸਚਨ ਕਰਨੇ ਚਾਹੀਦੇ ਸੀ, ਜੋ ਮੀਨਿੰਗ ਸਮਝਾਉਣੇ ਚਾਹੀਦੇ ਸੀਗੇ ਕਿ ਉਹ ਪੂਰਨ ਤੌਰ ਤੇ ਉਹਨੇ ਸਮਝਾ ਤੇ ਕੋਈ ਕਮੀ ਨਹੀਂ ਛੱਡੀ, ਤਾਂ ਆਪਾਂ 6 ਨੂੰ ਸਰਕਲ ਕਰਤਾ। ਇਸ ਤਰ੍ਹਾਂ ਜਿਹੜੀ ਇਹ ਰੇਟਿੰਗ ਹੈ ਇਹ ਡਿਪੈਂਡ ਕਰਦੀ ਹੈ ਹਨਾ ਆਬਜ਼ਰਵ ਕਰਦੇ ਆ ਜਦੋਂ ਆਪਾਂ ਉਹਨੂੰ, ਇਹ ਆਬਜ਼ਰਵਰ ਤੇ ਡਿਪੈਂਡ ਕਰਦੀ ਹੈ ਕਿ ਉਹ ਕਿਹੜੇ ਕਿਹੜੇ ਬਿੰਦੂਆਂ ਨੂੰ ਉਹਨੂੰ ਲੱਗ ਰਿਹਾ ਹੈ ਕਿ ਉਹਨੇ ਇਹ ਯੂਜ਼ ਕੀਤੇ ਨੇ ਜਾਂ ਨਹੀਂ ਯੂਜ਼ ਕੀਤੇ। ਇਸ ਤਰੀਕੇ ਨਾਲ ਜਿਹੜੇ ਹਰ ਇੱਕ ਪੁਆਇੰਟ ਨੇ, ਹਰ ਇੱਕ ਪੁਆਇੰਟ ਤੇ ਜਿਹੜੇ ਆਪਣੇ ਆਪਣੇ ਹਿਸਾਬ ਨਾਲ ਕਿ ਆਪਾਂ ਉਹਨੂੰ ਜਿਹੜੀ ਰੇਟਿੰਗ ਉਹ ਦਿੰਨੇ ਆ। ਤਾਂ ਜਿਹੜੀ ਰੇਟਿੰਗ ਆ ਉਹ ਆਪਾਂ ਜਿਹੜੇ ਕੰਪੋਨੈਂਟ ਹੈ ਉਹਨੇ ਮਾਈਕਰੋ ਟੀਚਿੰਗ ਚੋਂ ਕੰਪੋਨੈਂਟ ਜਿਹੜੇ ਕਿੰਨੇ ਕੁ ਯੂਜ਼ ਕਰਨੇ, ਕਿੰਨੇ ਕੁ ਉਹਦੇ ਜਿਹੜੇ ਯੂਜ਼ ਕਰਨ ਤੇ ਰਹਿ ਗਏ, ਉਸ ਤਰੀਕੇ ਨਾਲ ਜਿਹੜੇ ਆਪਾਂ ਹੈਗੇ ਉਹਨੂੰ ਸਰਕਲ ਕਰੀ ਜਾਂਦੇ ਆ ਤਾਂ ਉਹਦੀ ਇਵੈਲੂਏਸ਼ਨ ਹੋ ਜਾਂਦੀ ਆ। ਤਾਂ ਇਵੈਲੂਏਸ਼ਨ ਹਮੇਸ਼ਾ ਇਸ ਲਈ ਹੁੰਦੀ ਆ ਕਿ ਤਾਂ ਕਿ ਉਹਦੇ ਜਿਹੜੇ ਵਿਦਿਆਰਥੀ ਦੇ ਵਿੱਚ ਕਮੀਆਂ ਰਹਿ ਗਈਆਂ, ਜਿਹੜੀਆਂ ਟੀਚਿੰਗ ਕਰਨ ਵਿੱਚ ਉਹਦੀਆਂ ਕਮੀਆਂ ਰਹਿ ਗਈਆਂ, ਉਹ ਉਹਨੂੰ ਪ੍ਰੋਪਰ ਰੂਪ ਨਾਲ ਦੂਰ ਕਰ ਲਵੇ ਕਿ ਉਹ ਇੱਕ ਜਿਹੜਾ ਪਰਫੈਕਟ ਟੀਚਿੰਗ ਹੈ ਉਹ ਸਿੱਖ ਲਵੇ। ਜਿਹੜੀ ਮਾਈਕਰੋ ਟੀਚਿੰਗ ਹੁੰਦੀ ਆ, ਮਾਈਕਰੋ ਟੀਚਿੰਗ ਦਾ ਜਿਹੜਾ ਮਤਲਬ ਹੁੰਦਾ ਉਹ ਬੱਚੇ ਨੂੰ ਟੀਚਿੰਗ ਦਾ ਜਿਹੜਾ ਪਰਫੈਕਸ਼ਨ ਆ ਉਹ ਵੀ ਸਿਖਾਉਣ ਦਾ ਹੁੰਦਾ ਗਾ। ਇਸ ਲਈ ਇਹ ਜਿਹੜੀ ਰਿਵੀਜ਼ਨ ਹੈ ਉਹ ਉਨੇ ਟਾਈਮ ਤੱਕ ਚੱਲਦੀ ਰਹਿੰਦੀ ਆ ਜਿੰਨਾ ਟਾਈਮ ਤੱਕ ਕਿ ਉਹ ਜਿਹੜੀ ਸਕਿੱਲ ਆ ਉਹਦੀ ਪ੍ਰੋਪਰ ਜਿਹੜੀ ਉਹਨੂੰ ਸਮਝ ਨਹੀਂ ਆ ਜਾਂਦੀ। ਤਾਂ ਇੱਕ ਸਕਿੱਲ ਦੀ ਜਿਹੜੀ ਸਿਖਲਾਈ ਆ ਉਹ ਉਨਾ ਟਾਈਮ ਚੱਲਦੀ ਰਹਿੰਦੀ ਆ। ਤਾਂ ਇਸ ਕਰਕੇ ਜਿਹੜਾ ਆਪਣਾ ਇਵੈਲੂਏਸ਼ਨ ਹੈ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਮਾਈਕਰੋ ਟੀਚਿੰਗ ਵਿੱਚ। ਤੇ ਅੱਜ ਦਾ ਜਿਹੜਾ ਆਪਣਾ ਇਹ ਐਕਸਪਲੇਨਿੰਗ ਦਾ ਜਿਹੜਾ ਟੌਪਿਕ ਸੀ, ਵਿਆਖਿਆ ਦਾ ਟੌਪਿਕ ਸੀ, ਇਹ ਆਪਣਾ ਕੰਪਲੀਟ ਹੋ ਚੁੱਕਿਆ ਗਾ। ਤਾਂ ਆਪਾਂ ਇਹਦੇ ਵਿੱਚ ਇਹਦਾ ਮੀਨਿੰਗ ਤੇ ਇਹਦੇ ਕੰਪੋਨੈਂਟਸ ਦੀ ਤੇ ਇੱਕ ਜਿਹੜਾ ਲੈਸਨ ਪਲਾਨ ਦੀ ਗੱਲ ਕੀਤੀ ਕਿ ਕਿਵੇਂ ਇਹਦਾ ਜਿਹੜਾ ਲੈਸਨ ਆ ਉਹ ਬਣਦਾ ਗਾ। ਮਾਡਲ ਮਾਈਕਰੋ ਲੈਸਨ ਜਿਹੜਾ ਆਪਾਂ ਥੋੜਾ ਜਿਹਾ ਬਣਾਇਆ ਤਾਂ ਉਸ ਤਰੀਕੇ ਨਾਲ ਆਪਾਂ ਇਹਨੂੰ ਕੰਪਲੀਟ ਬਣਾ ਸਕਦੇ ਹਾਂ ਜਿੰਨਾ ਕਿ ਆਪਾਂ ਇੱਕ ਵਿਸ਼ਾ ਵਸਤੂ ਆਪਾਂ ਕਲਾਸ ਵਿੱਚ ਕਰਵਾਉਣਾ ਗਾ। ਤਾਂ ਸੋ ਆਪਣਾ ਜਿਹੜਾ ਟੀਚਿੰਗ ਸਕਿੱਲ ਦਾ ਸੈਕਿੰਡ ਸਕਿੱਲ ਸੀ ਐਕਸਪਲੇਨਿੰਗ ਦਾ ਸਕਿੱਲ ਖਤਮ ਹੋ ਰਹੀ ਹੈ, ਇੱਥੇ ਕੰਪਲੀਟ ਹੁੰਦੀ ਆ। ਨੈਕਸਟ ਲੈਕਚਰ ਵਿੱਚ ਆਪਾਂ ਜਿਹੜੇ ਇੱਕ ਨੈਕਸਟ 4 ਸਕਿੱਲ ਕਰਾਂਗੇ। ਤਾਂ ਅੱਜ ਦਾ ਲੈਕਚਰ ਵੀ ਇੰਨਾ ਹੀ, ਧੰਨਵਾਦ।